प्रोग्राम खबरसर देख रहे दर्शकों का स्वागत। मैं हाँ कमलजीत सिद्धू ते तुसीं देख रहे हो वन वे टीवी। दुੱਧ ਦਾ ਜਿੰਨਾ ਚਿੱਟਾ ਧੰਦਾ ਆ ਉਨਾ ਹੀ ਉਹਦੇ ਕਾਲੇ ਕਾਰਨਾਮੇ ਸਾਹਮਣੇ ਆਉਂਦੇ ਨੇ। ਜਿੰਨਾ ਚਿੱਟਾ ਕੰਮ ਹੈ, ਜਿੰਨਾ ਚਿੱਟਾ ਦੁੱਧ ਹੈ, ਉਨਾ ਹੀ ਉਹਦੇ ਪਿੱਛੇ ਜਿਹੜੇ ਆ ਕਾਲੇ ਧੰਦੇ ਹੋ ਰਹੇ ਆ। ਔਰ ਇਸ ਦੁੱਧ ਦੀ ਵਜ੍ਹਾ ਕਰਕੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਵੱਖ-ਵੱਖ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ। आखिर नकली दुੱਧ ਇੰਨਾ ਕਿਵੇਂ ਬਣ ਰਿਹਾ ਆ, ਕੌਣ ਬਣਾ ਰਿਹਾ, ਕੌਣ ਸਪਲਾਈ ਕਰ ਰਿਹਾ ਆ, ਕਿ ਅਸਲ ਦੇ ਵਿੱਚ ਸਾਡੇ ਕੋਲ ਦੁੱਧ ਘੱਟ ਹੈ ਤਾਂ ਫਿਰ ਕਿਉਂ ਅਸੀਂ ਨਕਲੀ ਦੁੱਧ ਜਿਹੜਾ ਆ ਕਿ ਸਾਨੂੰ ਉਹਦੀ ਪਰਖ ਨਹੀਂ ਰਹਿ ਗਈ, ਅਸੀਂ ਇਸ ਕਰਕੇ ਇਹਨਾਂ ਢੋਲੀਆਂ ਵਾਲਿਆਂ ਕੋਲੋਂ ਜਾਂ ਇਹਨਾਂ ਡੇਅਰੀ ਵਾਲਿਆਂ ਕੋਲੋਂ ਦੁੱਧ ਲੈ ਲੈਂਦੇ ਆ। ਕੈਮੀਕਲ ਵਾਲੇ ਨਕਲੀ ਦੁੱਧ ਦੇ ਨਾਲ ਲੋਕਾਂ ਨੂੰ ਹੋ ਰਿਹਾ ਕਾਲਾ ਪੀਲੀਆ ਤੇ ਕੈਂਸਰ। ਇਹ ਪੰਜਾਬ ਦੀ ਰਿਪੋਰਟ ਹੈ, ਹੈਰਾਨ ਕਰ ਦੇਣ ਵਾਲੀ ਹੈ। ਦੁੱਧ ਦੀਆਂ ਨਦੀਆਂ ਵਾਲੇ ਦੇਸ਼ ਦੇ ਵਿੱਚ ਦੁੱਧ ਜਿੰਨਾ ਚਿੱਟਾ ਉਨਾ ਉਸ ਦਾ ਕਾਲਾ ਧੰਦਾ ਹੋ ਰਿਹਾ ਆ। ਔਰ ਲੋਕ ਇੰਨਾ ਦੁੱਧ ਜਿਹੜਾ ਆ ਉਹ ਢੋਲਾਂ ਵਾਲਿਆਂ ਤੋਂ ਲੈ ਕੇ ਡੇਅਰੀਆਂ ਤੋਂ ਲੈ ਕੇ ਜੋ ਅਸੀਂ ਦੇਖਦੇ ਆ ਲੈ ਕੇ ਪੀਂਦੇ ਆ। ਘਰਾਂ ਦੇ ਵਿੱਚ ਸਪਲਾਈ ਆਉਂਦੀ ਸ਼ਹਿਰੀਆਂ ਨੂੰ, ਤੇ ਸ਼ਹਿਰੀ ਇਹ ਸੋਚਦੇ ਆ ਕਿ ਪਿੰਡਾਂ 'ਚੋਂ ਦੁੱਧ ਹੀ ਆ ਰਿਹਾ, ਭਾਈ ਦੁੱਧ ਚੰਗਾ ਲਿਆ ਰਿਹਾ ਹੋਣਾ। ਇਸੇ ਤਰ੍ਹਾਂ ਮਹੱਲਿਆਂ ਦੇ ਵਿੱਚ ਰਹਿਣ ਵਾਲੇ ਲੋਕ ਵੀ ਇਹ ਸੋਚਦੇ ਆ। ਤੇ ਦੂਸਰੇ ਪਾਸੇ ਜਿਹੜਾ ਕੰਪਨੀਆਂ ਦਾ ਦੁੱਧ ਆਉਂਦਾ ਆ, ਕੋਈ ਚਾਹੇ ਵੇਰਕਾ ਕੰਪਨੀ ਆ, ਚਾਹੇ ਕੋਈ ਅਮੁੱਲ ਕੰਪਨੀ ਆ, ਚਾਹੇ ਕੋਈ ਬਾਬਾ ਕੰਪਨੀ ਆ, ਤੇ ਚਾਹੇ ਕੋਈ ਇੱਦਾਂ ਦੀਆਂ ਹੋਰ ਕੰਪਨੀਆਂ ਨੇ ਜਿਨ੍ਹਾਂ ਦੇ ਦੁੱਧ ਅਸੀਂ ਪੈਕਟਾਂ ਵਿੱਚ ਦੇਖਦੇ ਹਾਂ ਤੇ ਉਹਨਾਂ ਦੇ ਭਾਅ ਵੀ ਲਿਖੇ ਹੁੰਦੇ ਆ। ਪਰ ਕੁੱਲ ਮਿਲਾ ਕੇ ਜਿਹੜੇ ਢੋਲਾਂ ਦੇ ਵਿੱਚ ਦੁੱਧ ਹੀ ਲੈ ਕੇ ਆਉਂਦੇ ਆ, ਉਹਨਾਂ ਜਿੰਨੇ ਵੀ ਘਰਾਂ 'ਚੋਂ ਸਪਲਾਈ ਕਰਦੇ ਉਸ ਦੁੱਧ ਦੇ ਉੱਤੇ ਅਸੀਂ ਕਿੰਨਾ ਕੁ ਯਕੀਨ ਕਰ ਸਕਦੇ ਹਾਂ। ਹਾਲਾਤ ਕੀ ਹੁੰਦੇ ਆ ਕਿ ਬਹੁਤ ਸਾਰੀਆਂ ਖਬਰਾਂ ਸਾਡੇ ਸਾਹਮਣੇ ਆਈਆਂ, ਬਹੁਤ ਸਾਰਾ ਕੁਛ ਇੱਦਾਂ ਦਾ ਹੋਇਆ ਕਿ ਜਿਸ ਨੂੰ ਅਸੀਂ ਜਦੋਂ ਸੁਣਦੇ ਸੀ ਜਾਂ ਦੇਖਦੇ ਸੀ ਦੰਗ ਰਹਿ ਜਾਂਦੇ ਸੀ। ਕਿ ਬਹੁਤ ਵਾਰੀ ਜਦੋਂ ਘਰ ਦੀਆਂ ਸਵਾਣੀਆਂ ਨੇ ਉਹ ਦੁੱਧ ਉਬਾਲੇ ਤੇ ਦੁੱਧ ਜਿਹੜੇ ਸੀਗੇ ਉਹ ਬਿਲਕੁਲ ਹੀ ਰਬੜ ਬਣ ਗਏ। ਉਹਦੇ ਵਿੱਚੋਂ ਇੱਕ ਜਿਹੜੀ ਤਾਰ ਸੀ ਦੁੱਧ ਉਬਾਲਦਿਆਂ ਸਾਰੀ ਉਹ ਬਾਹਰ ਜਿਵੇਂ ਰਬੜ ਖਿੱਚਦੇ ਹੁੰਦੇ ਫੇਵੀਕੋਲ ਦੀ ਜਿਵੇਂ ਸੁੱਕ ਜਾਂਦੀ ਨਾ ਰਬੜ, ਉਸ ਤਰੀਕੇ ਉਹ ਜਿਹੜਾ ਦੁੱਧ ਸੀਗਾ ਉਹ ਬਣਨਾ ਸ਼ੁਰੂ ਹੋ ਗਿਆ। ਦੂਸਰਾ ਅਸੀਂ ਇਹ ਦੇਖਿਆ ਕਿ ਆਮ ਤੌਰ ਦੇ ਉੱਤੇ ਜਦੋਂ ਘਰਾਂ ਦੇ ਵਿੱਚ ਜਿਨ੍ਹਾਂ ਦੇ ਪਸ਼ੂ ਲਵੇਰੇ ਰੱਖੇ ਸੀਗੇ ਉਹਨਾਂ ਨੂੰ ਹੀ ਪਤਾ ਆ, ਬੇਸ਼ੱਕ ਉਹ ਸਾਡੇ ਵਰਗੇ ਕੋਈ ਸ਼ਹਿਰਾਂ ਵਿੱਚ ਰਹਿਣ ਲੱਗ ਪਏ ਆ, ਪਰ ਉਹਨਾਂ ਨੂੰ ਪਤਾ ਸੀ ਕਿ ਅਸਲੀ ਦੁੱਧ ਜਿਹੜਾ ਕਿਸੇ ਪਸ਼ੂ ਲਵੇਰੇ ਦਾ ਸੀ, ਚਾਹੇ ਉਹ ਗਾਂ ਦਾ ਸੀ, ਚਾਹੇ ਉਹ ਮੱਝ ਦਾ ਸੀ, ਚਾਹੇ ਉਹ ਬੱਕਰੀ ਦਾ ਸੀ ਦੁੱਧ, ਉਹ ਸਾਨੂੰ ਪਤਾ ਹੁੰਦਾ ਸੀ ਵੀ ਇਹ ਦੁੱਧ ਦਾ ਤੇ ਉਹਦੀ ਸ਼ੁੱਧਤਾ, ਉਹਦਾ ਜਿਹੜਾ ਦੁੱਧ ਦੇ ਉੱਤੇ ਮਲਾਈ ਆਉਣੀ, ਜਿਹੜਾ ਉਹਦਾ ਚਿੱਟਾਪਣ ਸੀ, ਜਿਹੜੀ ਉਹਦੀ ਪਿਓਰਟੀ ਸੀ, ਉਹ ਸਾਨੂੰ ਪਤਾ ਹੁੰਦੀ ਸੀ ਪਿੰਡਾਂ ਵਾਲਿਆਂ ਨੂੰ। ਪਰ ਸ਼ਹਿਰ ਦੇ ਵਿੱਚ ਆ ਕੇ ਬਹੁਤ ਸਾਰੀਆਂ ਚੀਜ਼ਾਂ ਸਾਡੇ ਵੀ ਦੇਖਣ ਵਿੱਚ ਆਈਆਂ ਕਿ ਜਦੋਂ ਡੇਅਰੀਆਂ ਤੋਂ ਦੁੱਧ ਲਿਆਉਂਦੇ ਆ ਜਾਂ ਫਿਰ ਬਹੁਤ ਵਾਰੀ ਇਹ ਹੁੰਦਾ ਹੈ ਕਿ ਇਹ ਦੁੱਧ ਜਿਹੜਾ ਢੋਲੀਆਂ ਵਾਲਿਆਂ ਕੋਲ ਲੈਂਦੇ ਆ, ਦੋਧੀਆਂ ਕੋਲ ਲੈਂਦੇ ਆ, ਜਦੋਂ ਉਹ ਦੁੱਧ ਲਿਆ ਜਾਂਦਾ ਤੇ ਬਿਨਾਂ ਉਬਾਲੇ ਜੇ ਕਿਤੇ ਅੱਧਾ ਘੰਟਾ ਪਿਆ ਰਹਿ ਜੇ ਕਿਤੇ ਤੁਹਾਡੀ ਨਜ਼ਰ ਪੈ ਜੇ ਨਾ ਉਸ ਦੁੱਧ ਦੇ ਉੱਤੇ ਤਾਂ ਕੈਮੀਕਲ ਲਾਏ ਪਤਾ ਲੱਗ ਜਾਂਦੇ ਆ। ਕਿਉਂਕਿ ਉਹ ਦੁੱਧ ਉੱਤੇ ਜਾਂ ਤਾਂ ਹਰੇ ਰੰਗ ਦੀ ਜਾਂ ਫਿਰ ਨੀਲੇ ਰੰਗ ਦੀ ਜਾਂ ਫਿਰ ਹਲਕੀ ਗੁਲਾਬੀ ਰੰਗ ਦੀ ਜਿਹੜੀ ਨਾ ਉੱਪਰ ਇੱਕ ਝਲਕ ਨਜ਼ਰ ਆਉਂਦੀ ਆ। ਉਹ ਹੈਰਾਨੀ ਆਉਂਦੀ ਹੈ ਵੀ ਦੁੱਧ ਐਂ ਕਿਉਂ ਰੰਗ ਦੇ ਰਿਹਾ, ਨੀਲਾ, ਪੀਲਾ, ਹਰਾ ਜਾਂ ਗੁਲਾਬੀ, ਇੱਦਾਂ ਦੀ ਭਾਅ ਕਿਉਂ ਮਾਰਦਾ। ਉਹ ਭਾਅ ਜਿਹੜੀ ਮਾਰਦਾ ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਦੁੱਧ ਜਿਹੜਾ ਆ ਉਹ ਅਸਲੀ ਨਹੀਂ। ਹੁਣ ਜਿਵੇਂ ਅੱਗੇ ਹੁੰਦਾ ਸੀਗਾ ਪਿੰਡਾਂ ਦੇ ਵਿੱਚ ਪਸ਼ੂ ਲਵੇਰਾ ਬਹੁਤ ਸੀਗਾ, ਪਸ਼ੂ ਧਨ ਪੰਜਾਬ ਕੋਲ ਵੀ ਬਹੁਤ ਸੀ, ਹਰਿਆਣੇ ਕੋਲ ਵੀ ਬਹੁਤ ਸੀਗਾ। ਤੇ ਜਦੋਂ ਗਰਮੀਆਂ ਆਉਂਦੀਆਂ ਸੀਗੀਆਂ ਤੇ ਅਕਸਰ ਜਿਹੜੇ ਪਸ਼ੂ ਸੀਗੇ ਉਹ ਸਿਆਲ ਤਾਂ ਦੁੱਧ ਦਿੰਦੇ ਸੀਗੇ, ਤੇ ਗਰਮੀਆਂ ਦੇ ਵਿੱਚ ਜਿਹੜਾ ਦੁੱਧ ਸੀਗਾ ਉਹ ਪਸ਼ੂ ਦੁੱਧ ਦੇਣ ਨੂੰ ਭੱਜ ਜਾਂਦੇ ਸੀ, ਕਹਿੰਦੇ ਵੀ ਦੁੱਧ ਘਟ ਗਿਆ। ਗਰਮੀਆਂ 'ਚ ਹੁੰਦਾ ਸੀ ਜ਼ਾਹਿਰ ਕਿ ਦੁੱਧ ਜਿਹੜਾ ਸੀ ਉਹ ਘਟ ਜਾਂਦਾ ਸੀ। ਹਾਂ ਠੀਕ ਆ, ਕੁਛ ਪਸ਼ੂ ਜਿਹੜੇ ਉਹ ਗਰਮੀਆਂ 'ਚ ਸੂਏ ਆ ਉਹ ਦਿੰਦੇ ਰਹਿੰਦੇ ਸੀ, ਪਰ ਜਿਹੜੇ ਬਾਕੀ ਪਸ਼ੂ ਸੀ ਜਿਹੜੇ ਸਿਆਲ ਦੀ ਰੁੱਤ ਤਾਂ ਦੁੱਧ ਦਿੰਦੇ ਸੀਗੇ। ਤੇ ਮੁੜ ਕੇ ਇਹ ਹੁੰਦਾ ਸੀਗਾ ਕਿ ਬਹੁਤ ਵਾਰੀ ਬਹੁਤੇ ਘਰਾਂ ਦੇ ਵਿੱਚ ਸੂਏ ਤੋਂ ਪਹਿਲਾਂ ਤੱਕ ਜਿਵੇਂ ਅਸੀਂ ਕਹਿੰਦੇ ਡੋਕੇ ਵੀ ਉਹਦੇ ਚੋਣ ਵਾਲੀ ਗੱਲ ਸੀਗੀ, ਇੱਦਾਂ ਪਸ਼ੂਆਂ ਨੂੰ ਚੋ ਲਿਆ ਜਾਂਦਾ ਸੀ, ਪਰ ਫਿਰ ਵੀ ਚਲੋ ਘਰ ਦਾ ਦੁੱਧ ਮਿਲਦਾ ਸੀਗਾ। ਫਿਰ ਅਸੀਂ ਇਹ ਵੀ ਦੇਖਿਆ ਕਿ ਪਿੰਡਾਂ ਦੇ ਵਿੱਚ ਉਦੋਂ ਤੋਂ ਲੈ ਕੇ ਤੇ ਅੱਜ ਤੱਕ ਕਈ ਪਸ਼ੂਆਂ ਦੇ ਜਿਹੜੇ ਫਲ ਸੀਗੇ, ਜਾਣੀ ਕਿ ਕੱਟਾ ਕੱਟੀ, ਵੱਛਾ ਵੱਛੀ ਜਿਹੜੇ ਸੀਗੇ ਉਹ ਮਰ ਜਾਂਦੇ ਸੀਗੇ ਮੱਝਾਂ ਜਾਂ ਗਾਵਾਂ ਦੇ। ਤਾਂ ਫਿਰ ਕੀ ਹੁੰਦਾ ਸੀਗਾ ਵੀ ਕਈ ਵਾਰੀ ਕਹਿੰਦੇ ਸੀ ਜੀ ਮੱਝ ਪਹਾੜੇ 'ਤੇ ਪਾਤੀ ਆ। ਪਹਾੜਾ ਕੀ ਹੁੰਦਾ ਸੀਗਾ ਕਿ ਪਸ਼ੂ ਦੇ ਮੂਹਰੇ ਜਿਹੜੇ ਪੱਠੇ ਪਾਏ ਆ, ਮੱਝ ਚੋਣ ਲੱਗਿਆ ਜਾਂ ਗਾਂ ਚੋਣ ਲੱਗਿਆ, ਉਹਦੇ ਉੱਤੇ ਥੋੜ੍ਹਾ ਜਿਹਾ ਆਟਾ ਜਿਹੜਾ ਸੀ ਉਹ ਧੂੜ ਲਿਆ ਜਾਂਦਾ ਸੀ, ਜਾਂ ਉਹਨੂੰ ਪੇੜਾ ਦਿੱਤਾ ਜਾਂਦਾ ਸੀ, ਜਾਂ ਉਹਨੂੰ ਗੁੜ ਦੀ ਡਲੀ ਦਿੱਤੀ ਜਾਂਦੀ ਸੀ। ਕਿਉਂਕਿ ਫਿਰ ਉਹ ਪਸ਼ੂ ਨੂੰ ਜਿਹੜਾ ਸੀਗਾ ਥੋੜ੍ਹਾ ਜਿਹਾ ਉਹ ਰਿਲੈਕਸ ਹੋ ਜਾਂਦਾ ਸੀ, ਕਿਉਂਕਿ ਇੱਕ ਤਾਂ ਉਹਦਾ ਬੱਚਾ ਜਿਹੜਾ ਸੀਗਾ ਉਹ ਤੋਂ ਦੂਰ ਹੋ ਗਿਆ ਜਾਂ ਫਿਰ ਉਹ ਮਰ ਗਿਆ ਹੈ ਨਾ। ਅਤੇ ਉਸ ਕਰਕੇ ਕੀ ਹੁੰਦਾ ਸੀਗਾ ਕਿ ਉਹ ਪਸ਼ੂ ਜਿਹੜਾ ਸੀ ਪਹਾੜ 'ਤੇ ਗਿੱਝ ਜਾਂਦਾ ਸੀਗਾ।
ਜਦੋਂ ਕਈਆਂ ਲੋਕਾਂ ਨੂੰ ਇਹ ਵੀ ਰਾਸ ਨਹੀਂ ਆਇਆ ਤੇ ਫਿਰ ਡਾਕਟਰਾਂ ਨੇ ਇੱਕ ਨਵੀਂ ਧਿੱਤ ਫੜ ਲਈ 40 ਕੁ ਸਾਲਾਂ ਤੋਂ। ਉਹ ਇਹ ਹੋਈ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਕਿ ਟੀਕਾ ਲਾਉਣਾ ਸ਼ੁਰੂ ਕਰਤਾ। ਉਹ ਜਿਹੜੇ ਟੀਕੇ ਵਾਲੇ ਦੁੱਧ ਸੀਗੇ ਉਹਦਾ ਅਸਰ ਫਿਰ ਇਹ ਹੋਇਆ ਕਿ ਪਸ਼ੂਆਂ ਦੇ ਸਰੀਰ 'ਚ ਰਚ ਮਿਚ ਗਿਆ। ਉਹ ਪਸ਼ੂ ਜਿਹੜੇ ਸੀਗੇ ਅਗਲੇ ਸੂਏ ਸੂਣੋਂ ਹਟ ਗਏ। ਉਹ ਪਸ਼ੂ ਜਿਹੜੇ ਸੀਗੇ ਫਿਰ ਜਲਦੀ ਹੀ ਉਹ ਮਰ ਗਏ। ਤੇ ਜਦੋਂ ਹੱਡਾ ਰੋੜੀ 'ਚ ਗਏ, ਹੱਡਾ ਰੋੜੀ ਦੇ ਵਿੱਚ ਵੀ ਉਹ ਕਿਉਂਕਿ ਉਹਨਾਂ ਨੂੰ ਬਹੁਤ ਸਾਰੇ ਟੀਕੇ ਇੱਦਾਂ ਦੇ ਲਗਾਏ ਜਾਂਦੇ ਸੀ ਡਾਕਟਰਾਂ ਵੱਲੋਂ। ਕੁਛ ਤਾਂ ਦੁੱਧ ਵਾਸਤੇ, ਜਿਹੜਾ ਕਹਿੰਦੇ ਔਰਤਾਂ ਨੂੰ ਗਰਭ ਦੇ ਦੌਰਾਨ ਜਦੋਂ ਬੱਚਾ ਪੈਦਾ ਹੋਣਾ ਹੁੰਦਾ, ਜਿਹੜਾ ਟੀਕਾ ਇੰਜੈਕਸ਼ਨ ਉਦੋਂ ਲਵਾਇਆ ਜਾਂਦਾ ਸੀਗਾ, ਉਹੀ ਟੀਕਾ ਜਿਹੜਾ ਪਸ਼ੂ ਦੇ ਉੱਤੇ ਦੁੱਧ ਲਾਉਣ ਵਾਸਤੇ ਮਜਬੂਰਨ ਲਾਇਆ ਜਾਂਦਾ ਹੈ, ਜਿਹੜਾ ਕਿ ਮਨੁੱਖੀ ਸਿਹਤ ਵਾਸਤੇ ਇੰਨਾ ਘਾਤਕ ਹੈ ਕਿ ਉਹਦਾ ਅਸਰ ਜਦੋਂ ਉਹ ਪਸ਼ੂ ਮਰ ਕੇ ਹੱਡਾ ਰੋੜੀ ਤੱਕ ਵੀ ਜਾਂਦਾ। ਡਾਈਕਲੋਫੈਨਕ ਦੇ ਟੀਕੇ ਵੀ ਉਹਨਾਂ ਪਸ਼ੂਆਂ ਨੂੰ ਲਾਏ ਜਾਂਦੇ ਸੀ। ਫਿਰ ਉੱਥੇ ਜਿਹੜੀਆਂ ਕਾਂ ਸੀ, ਗਿਰਜਾਂ ਸੀਗੀਆਂ ਜਾਂ ਫਿਰ ਮਾਸਾਹਾਰੀ ਪੰਛੀ ਸੀ, ਉਹ ਪੰਛੀਆਂ ਦੀਆਂ ਪ੍ਰਜਾਤੀਆਂ ਖਤਮ ਹੋਈਆਂ। ਗਿਰਜ ਇਸ ਕਰਕੇ ਵੀ ਖਤਮ ਹੋਈ, ਉਹਦਾ ਇੱਕ ਵੱਡਾ ਕਾਰਨ ਇਹ ਬਣਿਆ। ਫਿਲਹਾਲ ਅਸੀਂ ਵਾਪਸ ਆਉਂਦੇ ਹਾਂ ਕਿ ਜਿਹੜੇ ਹੁਣ ਦੁੱਧ ਇਸ ਦੇ ਬਾਵਜੂਦ ਵੀ ਸਾਨੂੰ ਮਿਲਦੇ ਪਏ ਆ, ਸੋਚੋ ਜਰਾ ਪਸ਼ੂ ਧਨ ਕਿੰਨਾ ਆ ਪੰਜਾਬ ਦੇ ਵਿੱਚ, ਤੇ ਉਸ ਪਸ਼ੂ ਧਨ ਨਾਲੋਂ ਜ਼ਿਆਦਾ ਦੁੱਧ ਪੰਜਾਬ ਦੇ ਵਿੱਚ ਜੇ ਆ ਰਿਹਾ ਆ, ਤੇ ਇਹਦੇ ਵਿੱਚ ਸਾਫ਼ ਜ਼ਾਹਿਰ ਹੈ ਕਿ ਇਸ ਚਿੱਟੇ ਧੰਦੇ ਦੇ ਮਗਰ ਬਹੁਤ ਸਾਰੇ ਜਿਹੜੇ ਕਾਲੇ ਕਾਰਨਾਮੇ ਕੀਤੇ ਜਾ ਰਹੇ ਆ ਇਹਨਾਂ ਦੋਧੀਆਂ ਦੇ ਬੰਨਿਓ, ਇਹੋ ਜਿਹੇ ਵਪਾਰੀਆਂ ਦੇ ਬੰਨਿਓ। ਤਾਂ ਇਹਦਾ ਜਿਹੜਾ ਲਾਭ ਆ, ਜਿਵੇਂ ਗਰਮੀਆਂ 'ਚ ਦੁੱਧ ਘਟ ਜਾਂਦਾ ਹੈ ਤੇ ਵਪਾਰੀ ਜਿਹੜੇ ਨੇ ਕੈਮੀਕਲਾਂ ਦੀ ਮਦਦ ਨਾਲ ਕੁਆਂਟਲਾਂ ਦੇ ਹਿਸਾਬ ਨਾਲ ਨਕਲੀ ਦੁੱਧ ਤਿਆਰ ਕਰਨੇ ਸ਼ੁਰੂ ਕਰ ਦਿੰਦੇ ਆ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੂੰਗਾ ਕਿ ਨਕਲੀ ਦੁੱਧ ਤਿਆਰ ਕਰਨ ਵਾਸਤੇ ਕੀਤਾ ਕੀ ਜਾਂਦਾ। ਖੰਡ ਲਈ ਜਾਂਦੀ ਆ, ਯੂਰੀਆ ਖਾਦ ਲਈ ਜਾਂਦੀ ਆ, ਉਹਦੇ ਵਿੱਚ ਕਿ ਜਿਹੜਾ ਆ ਰਿਫਾਈਨਡ ਆਇਲ ਜਿਹੜਾ ਆ ਉਹ ਪਾਇਆ ਜਾਂਦਾ ਆ, ਔਰ ਕੁਛ ਸੁੱਕਾ ਦੁੱਧ ਪਾਇਆ ਜਾਂਦਾ ਆ। ਫਿਰ ਇਹਦੇ ਵਿੱਚ ਪਾਣੀ ਪਾ ਕੇ ਇਹਨਾਂ ਸਾਰੇ ਸਮਾਨ ਦੇ ਵਿੱਚ ਫਿਰ ਉਹ 'ਚ ਮਧਾਣੀ ਜਿਹੜੀ ਉਹ ਫੇਰ ਲਈ ਜਾਂਦੀ ਆ। ਤੇ ਕੁਛ ਚਿਰ ਬਾਅਦ ਤੁਸੀਂ ਜੇ ਕਿਤੇ ਉਹ ਦੁੱਧ ਨੂੰ ਗਲਾਸ 'ਚ ਪਾ ਕੇ ਪੀ ਕੇ ਵੇਖੋ, ਤੁਹਾਨੂੰ ਐਂ ਲੱਗੂ ਵੀ ਇਹ ਅਸਲੀ ਦੁੱਧ ਹੀ ਆ। ਉਸੇ ਵਰਗੀ ਰੰਗਤ, ਉਬਾਲੋਗੇ ਉਵੇਂ ਮਲਾਈ ਆਊਗੀ, ਦਹੀਂ ਜਮਾਓਗੇ ਉਵੇਂ ਦਹੀਂ ਜੰਮੂਗਾ। ਤੇ ਮੋਟੀ ਮਲਾਈ ਦੇ ਵਾਸਤੇ ਫਿਰ ਕੀ ਕੀਤਾ ਜਾਂਦਾ ਆ, ਜਿਹੜੇ ਸ਼ਾਹੀ ਚੂਸ ਪੇਪਰ ਹੁੰਦੇ ਆ ਉਹ ਵਿੱਚ ਪਾ ਦਿੱਤੇ ਜਾਂਦੇ ਵੀ ਇਹਦੀ ਮਲਾਈ ਵੀ ਵਧੀਆ ਆਵੇ। ਇੱਥੋਂ ਤੱਕ ਨਕਲੀ ਦੁੱਧ ਜਿਹੜੇ ਆ ਉਹ ਬਣਾਏ ਜਾਂਦੇ ਆ। ਜ਼ਿਕਰਯੋਗ ਹੈ ਕਿ ਜ਼ਿਆਦਾਤਰ ਸਰਹੱਦੀ ਇਲਾਕਿਆਂ ਦੀ, ਮਾਝੇ ਦੇ ਇਲਾਕੇ ਦੀ ਇਸ ਖਬਰ ਦੇ ਹਵਾਲੇ ਨਾਲ ਪੂਰੇ ਪੰਜਾਬ ਦੀ ਵੀ ਪੜਚੋਲ ਹੋ ਰਹੀ ਹੈ ਕਿ ਸਰਹੱਦੀ ਇਲਾਕਿਆਂ 'ਚ ਵਿਕ ਰਹੇ ਨਕਲੀ ਦੁੱਧ ਦੀ ਵਰਤੋਂ ਨਾਲ ਉਹਦਾ ਅਸਰ ਹੁਣ ਕੀ ਹੋਣਾ ਸ਼ੁਰੂ ਹੋ ਗਿਆ ਕਿ ਲੋਕ ਕੈਂਸਰ, ਅੰਤੜੀਆਂ ਦੇ ਰੋਗ, ਕਾਲਾ ਪੀਲੀਆ ਤੇ ਕਿਡਨੀ ਦੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ। ਪਰ ਉਹਨਾਂ ਵਪਾਰੀਆਂ ਨੂੰ, ਬੇਸ਼ਰਮਾਂ ਨੂੰ ਕੋਈ ਸ਼ਰਮ ਨਹੀਂ ਕਿ ਅਸੀਂ ਮਨੁੱਖਤਾ ਦਾ ਕੀ ਘਾਣ ਕਰ ਰਹੇ। ਉਹਨਾਂ ਨੂੰ ਆਪਣੇ ਪੈਸੇ ਨਾਲ ਹੀ ਮਤਲਬ ਆ ਕਿ ਅਸੀਂ ਪੈਸੇ ਬਿਨਾਂ ਦੁੱਧ ਅਸਲੀ ਤੋਂ ਨਕਲੀ ਦੁੱਧ ਨਾਲ ਕਿੱਦਾਂ ਕਮਾਉਣੇ ਆ। ਬੱਚੇ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਆ। ਆਮ ਵੇਖਣ ਵਿੱਚ ਮਿਲਦਾ ਹੈ ਕਿ ਬੱਚਿਆਂ ਨੂੰ ਵਧਣ ਫੁੱਲਣ ਲਈ ਕੈਲਸ਼ੀਅਮ ਯੁਕਤ ਦੁੱਧ ਦਿੱਤਾ ਜਾਂਦਾ ਆ ਤਾਂ ਜੋ ਉਹਨਾਂ ਦੇ ਸਰੀਰ ਦਾ ਬਿਹਤਰ ਵਿਕਾਸ ਹੋ ਸਕੇ। ਦੁੱਧ ਪੀਣ ਦੀਆਂ ਸਲਾਹਾਂ ਡਾਕਟਰਾਂ ਵੱਲੋਂ ਦਿੱਤੀਆਂ ਜਾਂਦੀਆਂ ਨੇ, ਪਰ ਅੱਜ ਕੱਲ੍ਹ ਬਾਜ਼ਾਰ ਵਿੱਚ ਮਿਲਾਵਟ ਵਾਲੇ ਦੁੱਧ ਦੇ ਨਾਲ ਨਕਲੀ ਦੁੱਧ ਦੇ ਮਿਲਣ ਕਾਰਨ ਬੱਚਿਆਂ ਦਾ ਭਵਿੱਖ ਖਤਰੇ ਵੱਲ ਜਾਂਦਾ ਨਜ਼ਰ ਆਉਂਦਾ ਹੈ। ਇਸ ਸੰਬੰਧੀ ਇੱਕ ਹਸਪਤਾਲ ਦੇ ਜੋ ਬੱਚਿਆਂ ਦੇ ਰੋਗਾਂ ਦੇ ਮਾਹਰ ਡਾਕਟਰ ਰਾਜਕੁਮਾਰ ਪੂਨੀਆ ਦੀ ਮੈਂ ਗੱਲ ਜ਼ਰੂਰ ਕਰਨੀ ਚਾਹੂੰਗਾ। ਉਹਨਾਂ ਨੇ ਦੱਸਿਆ ਆ ਕਿ ਕੈਮੀਕਲ ਨਾਲ ਜਿਹੜੇ ਤਿਆਰ ਕੀਤੇ ਗਏ ਨਕਲੀ ਦੁੱਧ ਦੀ ਵਰਤੋਂ ਨਾਲ ਬੱਚੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਆ, ਜਿਵੇਂ ਕਿ ਕਾਲਾ ਪੀਲੀਆ, ਲੀਵਰ ਵਿੱਚ ਖਰਾਬੀ, ਅੰਤੜੀਆਂ ਵਿੱਚ ਸੋਜ, ਬਦ ਹਜ਼ਮੀ, ਕਿਡਨੀਆਂ ਦਾ ਖਰਾਬ ਹੋਣਾ। ਔਰ ਇਹ ਗੱਲ ਇਕੱਲੇ ਇੱਕ ਏਰੀਏ ਦੀ ਨਹੀਂ ਹੈਗੀ, ਇਹ ਜਿਹੜੀਆਂ ਸਥਿਤੀਆਂ ਅੱਜ ਕੱਲ੍ਹ ਆਈਆਂ ਇਹ ਸਾਰੇ ਪੰਜਾਬ ਦੇ ਵਿੱਚ ਨਜ਼ਰ ਆ ਰਹੀਆਂ ਜਿੱਥੇ ਨਕਲੀ ਦੁੱਧ ਦਾ ਕਾਰੋਬਾਰ ਹੋ ਰਿਹਾ। ਤਾਂ ਇਹ ਜਿਹੜਾ ਕਾਰੋਬਾਰ ਹੈ ਇਹ ਤੇਜ਼ੀ ਨਾਲ ਫੈਲ ਰਿਹਾ ਆ। ਸਰਹੱਦੀ ਖੇਤਰ ਜਿਹੜੇ ਆ ਮਾਝੇ ਦੇ, ਉਹਨਾਂ ਦੇ ਵਿੱਚ ਖਾਸ ਤੌਰ ਤੇ ਚੈਕਿੰਗ ਦਾ ਡਰ ਨਾ ਹੋਣ ਕਾਰਨ ਕੁਝ ਮੁਨਾਫਾਖੋਰ ਵਪਾਰੀ ਜਿਹੜੇ ਨੇ ਨਕਲੀ ਦੁੱਧ ਤਿਆਰ ਕਰ ਰਹੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਦੀ ਰੋਜ਼ਾਨਾ ਚਾਂਦੀ ਹੋ ਰਹੀ ਹੈ। ਤੇ ਜੇ ਗੱਲ ਤਰਨਤਾਰਨ, ਅੰਮ੍ਰਿਤਸਰ ਜ਼ਿਲ੍ਹਿਆਂ ਦੀ ਕੀਤੀ ਜਾਵੇ ਤਾਂ ਕੁਝ ਮੁਨਾਫਾਖੋਰਾਂ ਨੇ ਚਿੱਟੇ ਦੁੱਧ ਨੂੰ ਕਾਲਾ ਧੰਦਾ ਬਣਾ ਲਿਆ, ਜੋ ਦੇਸ਼ ਦੇ ਭਵਿੱਖ ਦੀ ਤਰੱਕੀ ਦੇਣ ਦੀ ਬਜਾਏ ਹੇਠਲੇ ਪੱਧਰ ਵੱਲ ਲਿਜਾਣ ਦੇ ਵਿੱਚ ਕੋਈ ਕਸਰ ਜਿਹੜੀ ਆ ਉਹ ਬਾਕੀ ਨਹੀਂ ਛੱਡ ਰਹੇ। ਸਰੀਰਕ ਵਿਕਾਸ ਵਿੱਚ ਪੈਦਾ ਹੁੰਦੀ ਰੁਕਾਵਟ, ਆਲ ਇਜ਼ ਵੈਲ ਕਲੀਨਿਕ ਦੇ ਮਾਲਕ ਡਾਈਟੀਸ਼ੀਅਨ ਪਵਨ ਚਾਵਲਾ, ਇਹ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਕਿ ਮਿਲਾਵਟੀ ਦੁੱਧ ਦੀ ਵਰਤੋਂ ਨਾਲ ਬੱਚਿਆਂ ਦਾ ਜਿੱਥੇ ਸਰੀਰਕ ਵਿਕਾਸ ਰੁਕ ਜਾਂਦਾ ਹੈ ਉੱਥੇ ਹੀ ਉਹ ਦਿਮਾਗੀ ਤੌਰ ਦੇ ਉੱਤੇ
ਕਮਜ਼ੋਰ ਹੋ ਜਾਂਦੇ ਨੇ। ਉਹਨਾਂ ਦੱਸਿਆ ਕਿ ਬੱਚਿਆਂ ਨੂੰ ਪੌਸ਼ਟਿਕ ਖੁਰਾਕ ਦੇ ਨਾਲ-ਨਾਲ ਦੁੱਧ ਅਤੇ ਦਹੀਂ ਦੇਣਾ ਬਹੁਤ ਜ਼ਰੂਰੀ ਹੈ, ਜਿਸ ਨਾਲ ਉਹਨਾਂ ਦੀਆਂ ਹੱਡੀਆਂ 'ਚ ਮਜ਼ਬੂਤੀ ਪੈਦਾ ਹੁੰਦੀ ਹੈ। ਹੁਣ ਪਤਾ ਇਹ ਲੱਗਿਆ ਹੈ ਕਿ ਜਿਹੜੇ ਸਰਹੱਦੀ ਇਲਾਕਿਆਂ ਦੇ ਵਿੱਚ ਦੁੱਧ ਤਿਆਰ ਕਰਦੇ ਆ, ਜ਼ਹਿਰ ਵਰਗਾ ਨਕਲੀ ਦੁੱਧ, ਤਾਂ ਪਿੰਡਾਂ ਰਾਹੀਂ ਜ਼ਿਆਦਾ ਮੁਨਾਫਾ ਹਾਸਲ ਕਰਨ ਦੇ ਵਿੱਚ ਜਿਹੜੇ ਲੋਕ ਆ ਉਹ ਇਸ ਧੰਦੇ ਵਿੱਚ ਜੁੜੇ ਹੋਏ ਆ। ਹੁਣ ਇਹ ਦੁੱਧ ਜਿਹੜਾ ਆ ਇਹਦੇ ਵਿੱਚ ਮਾਲਟੋਡੈਕਸ ਪਾਊਡਰ, ਇੱਕ ਹੋਰ ਤਰੀਕਾ ਵੀ ਆ ਬਣਾਉਣ ਦਾ। ਇੱਕ ਤਰੀਕਾ ਮੈਂ ਪਹਿਲਾਂ ਦੱਸਿਆ ਸੀ, ਇੱਕ ਆ ਵੀ ਤਰੀਕਾ ਆ ਕਿ ਇਹਦੇ ਵਿੱਚ ਮਾਲਟੋਡੈਕਸ ਪਾਊਡਰ ਨੂੰ ਇੱਕ ਭਾਂਡੇ ਵਿੱਚ ਪਾ ਕੇ ਉਸ ਵਿੱਚ ਪਾਣੀ ਦੀ ਮਦਦ ਨਾਲ ਘੋਲ ਤਿਆਰ ਕੀਤਾ ਜਾਂਦਾ ਆ। ਇਸ ਤੋਂ ਬਾਅਦ ਇਸ ਵਿੱਚ ਰਿਫਾਈਨਡ ਤੇਲ ਮਿਲਾਇਆ ਜਾਂਦਾ। ਇਸ ਤੋਂ ਬਾਅਦ ਇਸ ਘੋਲ ਨੂੰ ਇੱਕ ਛੋਟੀ ਮਸ਼ੀਨ ਦੀ ਮਦਦ ਨਾਲ ਚੰਗੀ ਤਰ੍ਹਾਂ ਮਿਕਸ ਕੀਤਾ ਜਾਂਦਾ। ਇਸ ਤਿਆਰ ਕੀਤੇ ਘੋਲ ਦੀ ਗ੍ਰੈਵਿਟੀ ਨੂੰ ਵਧਾਉਣ ਲਈ ਗੂੰਦ ਵਰਗੇ ਪਦਾਰਥ, ਜਿਹਨੂੰ BR ਕਹਿੰਦੇ ਆ, ਉਹਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਇਹ ਨਕਲੀ ਦੁੱਧ ਬਿਲਕੁਲ ਅਸਲੀ ਵਾਂਗੂ ਤਿਆਰ ਹੋ ਕੇ ਲੋਕਾਂ ਤੱਕ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਜ਼ਹਿਰ ਬਣ ਕੇ ਪੁੱਜ ਰਿਹਾ। ਫਿਰ ਮੈਂ ਇੱਥੇ ਦੱਸ ਦਿਆਂ ਕਿ ਇਸ ਤੋਂ ਇਲਾਵਾ ਇਹਨੂੰ ਤਿਆਰ ਕਰਨ ਲਈ ਕਈ ਵਾਰ ਯੂਰੀਆ, ਤੇਲ, ਕਾਸਟਿਕ ਸੋਡਾ ਅਤੇ ਸੈਂਟ, ਯਾਨੀ ਕਿ ਦੁੱਧ ਦੇ ਵਰਗੇ ਹੀ ਸੈਂਟ ਬਣਾ ਦਿੱਤੇ ਗਏ ਕਿ ਜਿਵੇਂ ਦੁੱਧ ਦੀ ਖੁਸ਼ਬੂ ਹੀ ਤੁਹਾਨੂੰ ਆਵੇ, ਉੱਦਾਂ ਦੇ ਜਿਹੜੇ ਆ ਸੈਂਟ ਉਹਦੀ ਵਰਤੋਂ ਕੀਤੀ ਜਾਂਦੀ ਆ। ਤਾਂ ਇਸ ਬਾਰੇ ਹੁਣ ਖਬਰਾਂ ਜਿਹੜੀਆਂ ਨੇ ਉਹ ਸਰਹੱਦੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹਨਾਂ ਤੱਕ ਵੀ ਪੁੱਜੀਆਂ ਨੇ, ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਵੱਲੋਂ ਜਿਹੜਾ ਆ ਜ਼ਰੂਰ ਇਸ ਦੇ ਉੱਤੇ ਜਿਹੜਾ ਆ ਕਾਰਵਾਈ ਕਰਾਂਗੇ। ਫਿਲਹਾਲ ਹੁਣ ਜਿਹੜਾ ਸਾਡੇ ਕੋਲ ਪਸ਼ੂ ਧਨ ਹੈ ਉਹਦੀ ਅਸੀਂ ਗੱਲ ਕਰ ਲਈਏ ਕਿ ਇਸ ਦੇਸ਼ ਦੇ ਵਿੱਚ ਇਕੱਲੇ ਪੰਜਾਬ ਦੀ ਸਥਿਤੀ ਨਹੀਂ, ਪੂਰੇ ਦੇਸ਼ ਦੀ ਜਿਹੜੀ ਸਥਿਤੀ ਆ ਉਹ ਇਸ ਮਾਮਲੇ ਵਿੱਚ ਬੜੀ ਗੰਭੀਰ ਹੋ ਚੁੱਕੀ ਹੈ ਕਿ ਆਖਰ ਜੇ ਮੰਨ ਕੇ ਚੱਲੋ ਪਸ਼ੂਆਂ ਦੀ ਗਿਣਤੀ ਕਰ ਲਈ ਜਾਵੇ ਤਾਂ ਉਸ ਹਿਸਾਬ ਨਾਲ ਜਿਹੜਾ ਦੁੱਧ ਆ ਜਿੰਨਾ ਮਿਲਣਾ ਚਾਹੀਦਾ ਆ ਉਸ ਤੋਂ ਕਈ ਗੁਣਾ ਜ਼ਿਆਦਾ ਮਿਲ ਰਿਹਾ। ਹੁਣ ਜੇ ਆਪਾਂ ਦੁੱਧ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਦੁੱਧ ਅੱਜ ਸਾਨੂੰ ਮਿਲਦਾ ਪਿਆ ਆ ਉਹਨਾਂ ਪਸ਼ੂ ਲਵੇਰਾ ਹੁੰਦਾ ਹੀ ਨਹੀਂਗਾ ਜਿੰਨਾ ਕਿ ਦੁੱਧ ਪੈਦਾ ਹੋ ਰਿਹਾ। ਤੇ ਜੇ ਉਹਨਾਂ ਪਸ਼ੂਆਂ ਦੇ ਹਿਸਾਬ ਨਾਲ ਲਾਇਆ ਜਾਵੇ ਤੇ ਜੇ ਇੱਕ ਪਸ਼ੂ ਦੇ ਥੱਲੇ 5 ਕਿਲੋ ਦੁੱਧ ਵੀ ਲਾਇਆ ਜਾਵੇ ਤਾਂ ਇਹ ਦੁੱਧ ਉਸ ਤੋਂ ਵੀ ਤਿੱਗਣਾ ਚੌਗਣਾ ਜਿਹੜਾ ਆ ਉਹ ਸਾਡੇ ਤੱਕ ਪੁੱਜ ਰਿਹਾ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਜਿਹੜੇ ਇਹ ਦੁੱਧ ਹੀ ਆ, ਜੇ ਕਦੇ ਘਰ ਦੀਆਂ ਸਵਾਣੀਆਂ ਜਿਨ੍ਹਾਂ ਨੂੰ ਮਾੜਾ ਮੋਟਾ ਪਤਾ ਲੱਗਦਾ, ਜਿਵੇਂ ਦੁੱਧ ਖਰਾਬ ਹੋ ਗਿਆ, ਪਾਟ ਗਿਆ, ਫੁੱਟ ਜੰਮ ਗਏ ਜਾਂ ਫਿਰ ਨੀਲੀ ਪੀਲੀ ਭਾਅ ਮਾਰਨੀ ਸ਼ੁਰੂ ਕਰਤੀ, ਜੇ ਉਹ ਕਦੇ ਉਲਾਮਾ ਦਿੰਦੀਆਂ ਤੇ ਉਹ ਕਹਿ ਦਿੰਦੇ ਆ ਨਹੀਂ ਜੀ ਇਹ ਤਾਂ ਦੁੱਧ ਅਸਲੀ ਸੀਗਾ ਜੀ, ਸਾਡਾ ਪਿਓਰ ਹੁੰਦਾ ਜੀ। ਤੇ ਜੋ ਕੋਈ ਸਾਡੇ ਵਰਗਾ ਕਹਿ ਦੇ ਵੀ ਸ਼ਿਕਾਇਤ ਕਰਾਂਗੇ ਤੁਹਾਡੀ, ਤੇ ਉਹ ਕਹਿਣਗੇ ਜੀ ਜਾਓ ਜਿਹਨੂੰ ਮਰਜ਼ੀ ਕਰ ਲਓ। ਕਿਉਂਕਿ ਹਰੇਕ ਜ਼ਿਲ੍ਹੇ ਵਿੱਚ, ਹਰੇਕ ਇਲਾਕੇ ਦੇ ਵਿੱਚ ਹੁਣ ਤੱਕ ਬੇਈਮਾਨੀ ਹੁੰਦੀ ਆਈ ਆ ਕਿ ਜਿਨ੍ਹਾਂ ਨੇ ਇਹ ਜਾਂਚ ਕਰਨੀ ਸੀਗੀ, ਜਿੱਥੇ ਦੁੱਧ ਦੇ ਸੈਂਪਲ ਭਰਨ ਵਾਲਿਆਂ ਨੇ ਆਉਣਾ ਸੀਗਾ, ਉਹ ਮਹਿਕਮੇ ਤਾਂ ਹਮੇਸ਼ਾ ਇਹੋ ਜਿਹੇ ਵਪਾਰੀਆਂ ਕੋਲੋਂ, ਇਹੋ ਜਿਹੇ ਲੋਕਾਂ ਕੋਲੋਂ, ਇਹੋ ਜਿਹੇ ਠੱਗਾਂ ਕੋਲੋਂ ਜਿਹੜੇ ਆ ਉਹ ਭੱਤਾ ਮਹੀਨਾ ਲੈਂਦੇ ਰਹੇ ਆ। ਇਸ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਇਆ ਸੀ। ਔਰ ਇੱਕ ਮਸਲਾ ਆ ਸਾਡੇ ਮੁਲਕ ਦੇ ਵਿੱਚ ਕਿ ਵਿਦੇਸ਼ਾਂ ਦੇ ਵਿੱਚ ਇਹੋ ਜਿਹੀ ਜਿਹੜੀ ਆ ਨਕਲੀ ਚੀਜ਼ ਬਣਾਉਣ ਵਾਲੇ ਜਾਂ ਜਿਹੜੀ ਮਿਲਾਵਟ ਕਰਨ ਵਾਲੇ ਆ ਜਾਂ ਫਿਰ ਇਸ ਤਰ੍ਹਾਂ ਦੀਆਂ ਕਮੀਨੀਆਂ ਹਰਕਤਾਂ ਕਰਨ ਵਾਲੇ ਆ, ਜੇ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਨੂੰ ਉਹਨਾਂ ਦੇ ਬਾਰੇ ਪਤਾ ਲੱਗਦਾ ਨਾ, ਤੇ ਇਹੋ ਜਿਹੇ ਲੋਕਾਂ ਵਾਸਤੇ ਤਾਂ ਮੌਤ ਦੀ ਸਜ਼ਾ ਹੁੰਦੀ ਹੈ। ਸਾਡੇ ਇੱਥੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਇਹੋ ਜਿਹੇ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਉਹਦਾ ਕਾਰਨ ਕੀ ਹੈ ਕਿ ਵਿਦੇਸ਼ ਵਿੱਚ ਇਸ ਕਰਕੇ ਸਖਤ ਨਿਯਮ ਨੇ ਕਿਉਂਕਿ ਉੱਥੋਂ ਦੀਆਂ ਸਰਕਾਰਾਂ ਦਾ ਕਹਿਣਾ ਆ ਕਿ ਜਿਹੜੇ ਲੋਕ ਨਕਲੀ ਸਮਾਨ ਤਿਆਰ ਕਰਦੇ ਆ, ਮਿਲਾਵਟਖੋਰੀ ਦਾ ਜਿਹੜਾ ਧੰਦਾ ਕਰਦੇ ਆ, ਅਜਿਹੇ ਲੋਕ ਜਿਹੜੇ ਆ ਉਹ ਇੱਕ ਜ਼ਿੰਦਗੀ ਨਹੀਂ, ਉਹ ਕਈ ਜ਼ਿੰਦਗੀਆਂ ਤਬਾਹ ਕਰ ਰਹੇ ਹੁੰਦੇ ਆ। ਇਸ ਕਰਕੇ ਇਹੋ ਜਿਹੇ ਮੁਨਾਫਾਖੋਰਾਂ ਦੀ ਜਿਹੜੀ ਆ ਉਹ ਇਸੇ ਤਰ੍ਹਾਂ ਹੀ ਅਗਰ ਪਾਸੇ ਇਹਨਾਂ ਨੂੰ ਹਟਾ ਦਿੱਤਾ ਜਾਵੇ ਜਾਂ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਉਹ ਫਿਰ ਮੁੜ ਕੇ ਕਦੇ ਸਮਾਜ ਵਿੱਚ ਆ ਕੇ ਹਰਕਤ ਨਾ ਕਰਨ। ਪਰ ਸਾਡੇ ਇੱਥੇ ਕੌਣ, ਸਾਡੇ ਤਾਂ ਜਿਹੜੇ ਭੱਤਾ ਲੈਣ ਵਾਲੇ, ਮਹੀਨਾ ਖਾਣ ਵਾਲੇ, ਹਫ਼ਤਾ ਖਾਣ ਵਾਲੇ ਆ, ਉਹਨਾਂ ਨੇ ਤਾਂ ਇਹੋ ਜਿਹਿਆਂ ਨੂੰ ਖੁੱਲ੍ਹ ਦਿੱਤੀ ਹੋਈ ਆ। ਤਾਂ ਕਰਕੇ ਅੱਜ ਦੇ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜੇ ਬਹੁਤੇ ਲੋਕ ਆ ਉਹ ਕਾਲੇ ਪੀਲੀਏ ਦੀ ਵਜ੍ਹਾ ਕਰਕੇ, ਅੰਤੜੀਆਂ ਦੇ ਰੋਗਾਂ ਕਰਕੇ, ਪੇਟ ਦੇ ਕਈ ਤਰ੍ਹਾਂ ਦੇ ਰੋਗਾਂ ਦੇ, ਕਿਡਨੀ ਦੇ ਕਈ ਤਰ੍ਹਾਂ ਦੇ ਰੋਗ ਆ, ਕੈਂਸਰ ਦੇ ਕਈ ਤਰ੍ਹਾਂ ਦੇ ਰੋਗ ਆ। ਔਰ ਜੇ ਕਿਤੇ ਪੂਰੀ ਪੜਚੋਲ ਕਰਕੇ
ਉਹਨਾਂ ਦੇ ਪ੍ਰੀਖਣ ਕਰਕੇ ਸਾਹਮਣੇ ਲਿਆਂਦਾ ਜਾਵੇ ਤਾਂ ਇੱਕ ਬਲਾਸਟ ਹੋਊਗਾ, ਕਿਉਂਕਿ ਇੱਕ ਵੱਡਾ ਕਾਰਨ ਦੁੱਧ ਵੀ ਆ। ਹੁਣ ਇੱਥੇ ਆਯੁਰਵੈਦ ਵਾਲਿਆਂ ਦੀ ਗੱਲ ਕਰਦੇ ਹਾਂ। ਕਈ ਡਾਈਟੀਸ਼ੀਅਨ ਜਾਂ ਆਯੁਰਵੈਦ ਵਾਲੇ ਆ, ਅੱਗੇ ਅਸੀਂ ਕਹਿੰਦੇ ਸੀ ਕਿ ਦੁੱਧ ਪੀਓ, ਘਿਓ ਖਾਓ, ਹੁਣ ਉਹ ਹੀ ਮਨਾ ਕਰਨ ਲੱਗ ਗਏ। ਉਹ ਕਹਿੰਦੇ ਬਈ ਦੁੱਧ ਪੀਓ ਹੀ ਨਾ। ਉਹ ਤਾਂ ਹੁਣ ਇਹ ਕਹਿਣ ਲੱਗ ਗਏ ਆ ਕਿ ਜਿਵੇਂ ਆਯੁਰਵੈਦ ਵਿੱਚ ਇਹ ਕਹਿੰਦੇ ਆ ਵੀ ਚਿੱਟੀਆਂ ਚੀਜ਼ਾਂ ਜਿਹੜੀਆਂ ਘਰਾਂ ਚੋਂ ਬਾਹਰ ਕੱਢ ਦਿਓ। ਕਿਹੜੀਆਂ? ਨੰਬਰ 1 ਚਿੱਟਾ ਦੁੱਧ, ਨੰਬਰ 2 ਇਸੇ ਦੁੱਧ ਤੋਂ ਬਣੇ ਹੋਏ ਸਾਰੇ ਪ੍ਰੋਡਕਟ ਜਿਹੜੇ ਆ ਉਹ ਤਾਂ ਆਉਣਗੇ। ਨੰਬਰ 2 ਦੇ ਉੱਤੇ ਜਿਹੜਾ ਚਿੱਟਾ ਲੂਣ ਆ, ਨੰਬਰ 3 ਦੇ ਉੱਤੇ ਮੈਦਾ ਆ, ਤੇ ਨੰਬਰ 4 ਦੇ ਉੱਤੇ ਚਿੱਟੀ ਖੰਡ ਆ। ਇਹ 4 ਚੀਜ਼ਾਂ ਚੱਕ ਦਿਓ। ਦੁੱਧ ਤੋਂ ਬਣਿਆ ਕੋਈ ਵੀ ਪ੍ਰੋਡਕਟ ਆ ਉਹ ਕਹਿੰਦੇ ਤੁਸੀਂ ਨਾ ਵਰਤੋ। ਪਤਾ ਨਹੀਂ ਉਹ ਕਿੱਦਾਂ ਬਣ ਕੇ ਆਇਆ, ਤੇ ਤੁਸੀਂ ਉਹਦਾ ਦਹੀਂ ਵੀ ਜਮਾ ਰਹੇ ਹੋ। ਤੁਸੀਂ ਆਪਣੇ ਜਣੇ ਉਹ 'ਚੋਂ ਘਿਓ ਕੱਢਣ ਦੀ ਕੋਸ਼ਿਸ਼ ਵੀ ਕਰਦੇ ਹੋ। ਕਈਆਂ ਨੇ ਮਲਾਈਆਂ ਜਿਹੜੀਆਂ ਆ ਉਹਨੂੰ ਰਿੜਕ ਕੇ ਉਹਦੇ ਵਿੱਚੋਂ ਘਿਓ ਕੱਢਦੇ ਆ, ਔਰ ਜਦੋਂ ਤੁਸੀਂ ਕੋਸ਼ਿਸ਼ ਕਰਦੇ ਹੋ ਤੁਹਾਨੂੰ ਜਿਹੜਾ ਉਹ ਅਸਲੀ ਉਹ ਸਵਾਦ ਆਉਂਦਾ ਹੀ ਨਹੀਂ। ਸੋ ਇਹ ਵੱਡੇ ਪੱਧਰ ਦੇ ਉੱਤੇ ਪੰਜਾਬ ਸਰਕਾਰ ਨੂੰ ਖਾਸ ਤੌਰ 'ਤੇ ਜਿਹੜਾ ਆ ਉਹ ਧਿਆਨ ਦੇਣਾ ਚਾਹੀਦਾ ਆ ਕਿ ਜਿੱਥੇ ਵੀ ਦੁੱਧ ਦਾ ਨਕਲੀ ਧੰਦਾ ਹੋ ਰਿਹਾ ਆ, ਇਹੋ ਜਿਹੇ ਠੱਗਾਂ ਨੂੰ, ਇਹੋ ਜਿਹੇ ਬੇਈਮਾਨਾਂ ਨੂੰ ਜੋ ਆਪਣੇ ਸਮਾਜ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ, ਉਹਨਾਂ ਦੇ ਵਾਸਤੇ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ। ਔਰ ਉਹਨਾਂ ਨੂੰ ਹੋ ਸਕੇ ਤਾਂ ਜ਼ਰੂਰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ, ਤਾਂ ਕਿ ਉਹਨਾਂ ਦੇ ਹੋਸ਼ ਟਿਕਾਣੇ ਆ ਜਾਣ ਕਿ ਉਹ ਇੱਕ ਨਹੀਂ, ਉਹ ਸਮਾਜ ਦੇ ਕਿੰਨੇ ਲੋਕਾਂ ਦਾ ਜਿਹੜਾ ਆ ਉਹ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਧੀਮਾ ਕਤਲ ਜਿਹੜਾ ਆ ਉਹ ਕਰ ਰਹੇ ਆ, ਸਲੋ ਪੋਇਜ਼ਨਿੰਗ ਜਿਹੜੀ ਆ ਉਹ ਦੇ ਰਹੇ ਆ, ਤੇ ਲੋਕ ਸਮਾਜ ਦੇ ਹੌਲੀ ਮਰ ਰਹੇ ਆ, ਖੁਰ ਰਹੇ ਆ, ਕਿਉਂਕਿ ਬਿਮਾਰੀਆਂ ਲੱਗ ਰਹੀਆਂ। ਉਮੀਦ ਹੈ ਕਿ ਤੁਸੀਂ ਜਿਹੜੇ ਦੁੱਧ ਸ਼ਹਿਰਾਂ 'ਚ ਲੈਣ ਵਾਲੇ ਹੋ, ਤੁਸੀਂ ਦੁੱਧ ਜਿਹੜੇ ਪਿੰਡਾਂ 'ਚ ਲੈਣ ਵਾਲੇ ਹੋ, ਡੇਅਰੀਆਂ ਤੋਂ ਲੈਣ ਵਾਲੇ ਹੋ, ਜਾਂ ਫਿਰ ਢੋਲੀਆਂ ਤੋਂ ਲੈਣ ਵਾਲੇ ਹੋ, ਇੱਕ ਵਾਰੀ ਜ਼ਰੂਰ ਇੰਨੀ ਕੋਸ਼ਿਸ਼ ਕਰੋ ਕਿ ਕੋਈ ਜਿਹੜਾ ਲੈਬੋਰਟਰੀਆਂ 'ਚ ਜਿੱਥੇ ਟੈਸਟ ਕਰਾਏ ਜਾਂਦੇ ਆ, ਜਿਹਦੇ ਦੋਧੀ ਕੋਲ ਵੀ ਲੈਂਦੇ ਹੋ, ਇਹ ਗੱਲ ਨੂੰ ਪੱਕੀ ਧਾਰ ਲਓ, ਤੁਸੀਂ ਉਹਦਾ ਟੈਸਟ ਜ਼ਰੂਰ ਕਰਵਾਉਣਾ ਹੈ, ਤੇ ਉਸ ਦੋਧੀ ਦੀ ਅਸਲੀਅਤ ਤੁਹਾਡੇ ਸਾਹਮਣੇ ਆ ਜਾਓ। ਸੋ ਉਮੀਦ ਹੈ ਕਿ ਤੁਸੀਂ ਸੁਚੇਤ ਹੋਵੋਗੇ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, 1 TV।